ਦ ਬੈਨੀਪਾਲ ਨੈਟਵਰਕ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭਨਾਂ ਦਾ ਨਿੱਘਾ ਸਵਾਗਤ ਤੇ ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਸਭ ਤੋਂ ਪਹਿਲਾਂ ਉਹ ਖਬਰਾਂ ਕਿਹੜੀਆਂ ਨੇ, ਆਓ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਵੱਖੋ-ਵੱਖ ਮੁਲਕਾਂ ਦੇ ਸੰਸਦ ਮੈਂਬਰਾਂ ਨੇ ਚੁੱਕੀ ਆਵਾਜ਼। ਸਰਕਾਰ ਤਿਆਰੀ ਨਾਲ ਨਹੀਂ ਸੀ ਆਈ ਕਿਸਾਨਾਂ ਨਾਲ ਮੀਟਿੰਗ ਕਰਨ, ਗੱਲਬਾਤ ਬੇਸਿੱਟਾ ਕਮੇਟੀ ਬਣਾਉਣ ਦਾ ਸੁਝਾਅ ਰੱਦ। ਪੰਜਾਬ ਹਰਿਆਣਾ ਤੋਂ ਦਿੱਲੀ ਵੱਲ ਇੱਕ ਹੋਰ ਵੱਡੇ ਕੂਚ ਦੀ ਤਿਆਰੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਝਟਕਾ, ਆਜ਼ਾਦ ਵਿਧਾਇਕ ਨੇ ਲਿਆ ਸਮਰਥਨ ਵਾਪਸ। ਕਾਂਗਰਸ ਵਿੱਚ ਸ਼ਾਮਲ ਹੋਏ ਵਿਧਾਇਕ ਸੰਦੋਆ ਨੇ ਫਿਰ ਤੋਂ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ। ਕੰਗਣਾ ਨੂੰ ਦਿੱਤਾ ਬਜ਼ੁਰਗ ਮਾਤਾ ਨੇ ਠੋਕਵਾਂ ਜਵਾਬ। ਦੋਸਤੋ, ਇਹ ਕੁਝ ਖਬਰਾਂ ਨੇ ਜਿਸ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਇਕੱਲੀ ਖਬਰ ਦੀ ਚੀਰ-ਫਾੜ ਕਰੀਏ, ਵਿਸਥਾਰ ਨਾਲ ਚਰਚਾ ਕਰਾਂ, ਉਹਦੇ ਤੋਂ ਪਹਿਲਾਂ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ ਤਾਂ ਕਿ ਆਪਣੀ ਰੋਜ਼ਾਨਾ ਦੀ ਮੁਲਾਕਾਤ ਹੁੰਦੀ ਰਹੇ। ਆਓ ਹੁਣ ਖਬਰਾਂ ਵੱਲ ਹੋਈਏ। ਤੁਹਾਨੂੰ ਪਤਾ ਹੈ ਕਿ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਗਿਆਨ ਭਵਨ ਦੇ ਵਿੱਚ ਕੇਂਦਰ ਸਰਕਾਰ ਦੇ ਕੁਝ ਵਜ਼ੀਰਾਂ ਦੇ ਨਾਲ, ਮੰਤਰੀਆਂ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ, 4 ਘੰਟਿਆਂ ਦੇ ਨੇੜ ਤੇੜ ਗੱਲਬਾਤ ਕੀਤੀ ਹੈ। ਉਸ ਦੇ ਵਿੱਚ ਕੇਂਦਰੀ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਸ਼ਾਮਲ ਹੋਏ ਅਤੇ ਕਿਸਾਨ ਆਗੂਆਂ ਦੇ ਵਿੱਚ 35 ਮੈਂਬਰ ਸ਼ਾਮਲ ਸਨ। ਜਾਣਕਾਰੀ ਦੇ ਅਨੁਸਾਰ ਇਸ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਅਤੇ ਅਗਲੀ ਮੀਟਿੰਗ ਹੁਣ 3 ਦਸੰਬਰ ਨੂੰ ਫਿਰ ਹੋਣੀ ਹੈ ਤੇ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ 3 ਦਸੰਬਰ ਨੂੰ ਬੈਠਕ ਹੋਏਗੀ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੈਠਕ ਦੇ ਵਿੱਚ ਸਰਕਾਰ ਗੱਲਬਾਤ ਕਰਨ ਤਾਂ ਆਈ ਪਰ ਤਿਆਰੀ ਕੋਈ ਨਹੀਂ ਸੀ। ਇਹਦੇ ਕਰਕੇ ਕਹਿੰਦੇ ਇਸ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਾ ਹੋ ਸਕਿਆ, ਪਰ ਕਿਸਾਨ ਪੂਰੀ ਤਿਆਰੀ ਕਰਕੇ ਗਏ ਸੀ। ਕਿਸਾਨ ਆਗੂ ਕਹਿੰਦੇ ਅਸੀਂ ਸਰਕਾਰ ਨੂੰ ਸਾਫ਼ ਦੱਸ ਆਏ ਹਾਂ ਕਿ ਕੇਂਦਰ ਸਰਕਾਰ ਇਹ ਤੈਅ ਨਹੀਂ ਕਰ ਸਕਦੀ ਕਿ ਕਿਹੜਾ ਵਿਅਕਤੀ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਵਿੱਚ ਸ਼ਾਮਲ ਹੋਵੇਗਾ ਅਤੇ ਕੌਣ ਨਹੀਂ ਹੋਏਗਾ। ਉਹ ਕਹਿੰਦੇ ਇਹ ਅਸੀਂ ਤੈਅ ਕਰਾਂਗੇ ਕਿ ਬੈਠਕ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਨ ਵੇਲੇ ਕੌਣ ਸ਼ਾਮਲ ਹੋਵੇਗਾ ਤੇ ਕੌਣ ਸ਼ਾਮਲ ਨਹੀਂ ਹੋਵੇਗਾ। ਤੇ ਅੱਜ ਦੀ ਇਸ ਬੈਠਕ ਤੋਂ ਬਾਅਦ ਇਸ ਬੈਠਕ ਦੇ ਵਿੱਚ ਸ਼ਾਮਲ ਸਨ ਕਿਸਾਨ ਨੇਤਾ ਹਰਪਾਲ ਸਿੰਘ। ਅਸਲ ਵਿੱਚ ਇਹ ਸ਼ਬਦ ਉਹਨਾਂ ਦੇ ਹੈ। ਉਹ ਕਹਿੰਦੇ ਸਰਕਾਰ ਕਿਸੇ ਤਿਆਰੀ ਵਿੱਚ ਨਹੀਂ ਸੀ। ਕਹਿੰਦੇ ਬੈਠਕ ਸ਼ੁਰੂ ਹੁੰਦਿਆਂ ਸਾਰੀ ਜਿਹੜੇ ਸਰਕਾਰੀ ਅਧਿਕਾਰੀ ਸਨ ਉਹ ਖੇਤੀਬਾੜੀ ਕਾਨੂੰਨਾਂ ਦੇ ਸਾਨੂੰ ਫਾਇਦੇ ਗਿਣਾਉਣ ਲੱਗ ਪਏ। ਉਹ ਕਹਿੰਦੇ ਸਾਨੂੰ ਦੱਸ ਰਹੇ ਸੀ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਿੱਚ ਨੇ, ਹੱਕ ਵਿੱਚ ਨੇ। ਉਹ ਕਹਿੰਦੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਪਹਿਲਾਂ ਅਸੀਂ ਪੂਰੀ ਗੱਲ ਸੁਣੀ। ਸ਼ਾਇਦ ਤੁਹਾਨੂੰ ਇੱਕ ਵਾਰੀ ਫਿਰ ਯਾਦ ਕਰਵਾ ਦਿਆਂਗਾ, ਜਿਹੜੀ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ ਸੰਜੇ ਅਗਰਵਾਲ ਦੇ ਨਾਲ, ਉਹਦੇ ਵਿੱਚ ਵੀ ਆਹ ਫਾਇਦੇ ਗਿਣਾਏ ਸੀ। ਦੂਸਰੀ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਸ਼ਾਮਲ ਸਨ। ਉਸ ਵਕਤ ਵੀ ਕਿਸਾਨਾਂ ਨੂੰ ਫਾਇਦੇ ਗਿਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਸੀ। ਤੀਜੀ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਾਰਾਣਸੀ ਦੇ ਵਿੱਚ ਸੀ। ਉਹਨਾਂ ਨੇ ਵੀ ਦੱਸਿਆ ਸੀ ਕਿ ਕਿਸਾਨਾਂ ਦੇ ਹੱਕ ਦੀ ਗੱਲ ਆ। ਮਨ ਕੀ ਬਾਤ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਹੱਕ ਦੀ ਗੱਲ ਆ। ਹੁਣ ਕਿਸਾਨ ਸੰਘਰਸ਼ ਕਰ ਰਿਹਾ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਪਰ ਕਹਿੰਦੇ ਅਸੀਂ ਉਹਨਾਂ ਦੀ ਪਹਿਲਾਂ ਪੂਰੀ ਗੱਲ ਸੁਣੀ ਤੇ ਫਿਰ 2 ਟੁਕ ਅਸੀਂ ਜਵਾਬ ਦੇ ਆਏ ਕਿ ਸਾਨੂੰ ਕਿਸੇ ਵੀ ਕੀਮਤ ਤੇ ਭਾਵੇਂ ਸਾਡੇ ਹੱਕ 'ਚ ਹੀ ਆ, ਮੰਨ ਲਓ ਤੁਹਾਡੀ ਗੱਲ ਮੰਨਦੇ ਆ ਕਿ ਹੱਕ 'ਚ ਹੈ, ਪਰ ਤੁਹਾਨੂੰ ਤਾਂ ਵੀ ਇਹ ਸਵੀਕਾਰ ਨਹੀਂ, ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਅਸੀਂ ਨਹੀਂ ਲੈਣੇ। ਉਹ ਕਹਿੰਦੇ ਕੇਂਦਰ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਅਸੀਂ ਇਹ ਅੰਦੋਲਨ, ਇਹ ਸੰਘਰਸ਼ ਜਾਰੀ ਰੱਖਾਂਗੇ। ਫਿਰ ਕਿਸਾਨ ਆਗੂ ਜਿਹੜੇ ਗਏ ਸੀ ਉਹਨਾਂ ਨੂੰ ਇੱਕ ਹੋਰ ਮਤਾ ਪੇਸ਼ ਕੀਤਾ ਗਿਆ ਉਹਨਾਂ ਦੇ ਸਾਹਮਣੇ ਕਿ ਤਿੰਨੇ ਖੇਤੀ ਕਾਨੂੰਨਾਂ ਦੇ ਸੰਬੰਧੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਇੱਕ ਕਮੇਟੀ ਬਣਾ ਦਿੰਦੇ ਆ ਤੇ ਫਿਰ ਉਹ ਇਹਨਾਂ ਕਾਨੂੰਨਾਂ ਦੀ ਸਮੀਖਿਆ ਕਰੇਗੀ ਕਮੇਟੀ। ਇਸ ਮਤੇ ਨੂੰ ਵੀ ਰੱਦ ਕਰ ਆਏ ਨੇ ਕਿਸਾਨ ਆਗੂ। ਮੀਟਿੰਗ ਦੌਰਾਨ ਕੇਂਦਰ ਨੇ ਕਾਨੂੰਨਾਂ ਦੀ ਸਮੀਖਿਆ ਬਣਾਉਣ ਵਾਸਤੇ ਜਿਹੜਾ ਪ੍ਰਸਤਾਵ ਰੱਖਿਆ ਸੀ, ਉਹਦੇ ਵਿੱਚ ਕਿਸਾਨ ਆਗੂਆਂ ਤੋਂ ਉਹਨਾਂ ਨੇ ਪੁੱਛਿਆ ਸੀ ਕਿ ਐਂ ਕਰੋ 5 ਬੰਦਿਆਂ ਦੇ ਨਾਂ ਦਿਓ, ਉਹ ਸਾਨੂੰ ਦੱਸ ਦਿਓ ਕਿਹੜੇ ਉਸ ਕਮੇਟੀ ਦਾ ਹਿੱਸਾ ਬਣਨਾ ਚਾਹੁੰਦੇ ਆ ਤੇ ਆਪਾਂ ਫਿਰ ਉਹਦੇ ਤੇ ਗੱਲਬਾਤ ਕਰੀ ਜਾਵਾਂਗੇ। ਕਿਸਾਨ ਆਗੂ ਕਹਿੰਦੇ ਨਹੀਂ, ਸਾਨੂੰ ਕੋਈ ਕਮੇਟੀ ਨਹੀਂ ਚਾਹੀਦੀ,
ਅਸੀਂ ਇਸ ਕਾਨੂੰਨ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਹੀ ਨਹੀਂ ਚਾਹੁੰਦੇ ਕਿ ਠੰਡੇ ਬਸਤੇ 'ਚ ਪਵੇ। ਤੇ ਇਹਦੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੋਲੇ ਹੈ। ਉਹ ਕਹਿੰਦੇ ਕੇਂਦਰ ਨੂੰ MSP ਜਾਰੀ ਰੱਖਣੀ ਚਾਹੀਦੀ ਹੈ ਤੇ ਆਹ ਕਾਨੂੰਨ ਦੇ ਉੱਤੇ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੂਸਰੇ ਪਾਸੇ ਇਸ ਵਕਤ ਸਭ ਤੋਂ ਵੱਡਾ ਵਿਲਨ ਜਿਹੜਾ ਨਿੱਖਰ ਕੇ ਸਾਹਮਣੇ ਆਇਆ ਉਹ ਹੈ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ। ਖੱਟੜ ਨੂੰ ਝਟਕਾ ਲੱਗਿਆ। ਹਰਿਆਣੇ ਦੇ ਵਿੱਚ ਇੱਕ ਆਜ਼ਾਦ ਵਿਧਾਇਕ ਨੇ, ਉਹਨਾਂ ਦਾ ਨਾਮ ਹੈ ਸੋਮਵੀਰ ਸਾਗਵਾਨ। ਉਹ ਕਹਿੰਦੇ ਮੈਂ ਕਿਸਾਨਾਂ ਦੇ ਹੱਕ ਵਿੱਚ ਖੜਾ ਹਾਂ। ਖੱਟੜ ਸਾਹਿਬ ਇਸ ਵਕਤ ਕਹਿੰਦੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੇ ਨੇ, ਜਿਸ ਕਰਕੇ ਹੁਣ ਆਪਣੀ ਨਿਭਣੀ ਨਹੀਂ। ਉਹ ਕਹਿੰਦੇ ਕਿਸਾਨਾਂ ਦੀਆਂ ਮੰਗਾਂ ਤੇ ਤੁਸੀਂ ਭੱਜ ਰਹੇ ਹੋ, ਤੁਸੀਂ ਉਹਨਾਂ ਦਾ ਸਮਰਥਨ ਨਹੀਂ ਕਰ ਰਹੇ। ਮੈਂ ਕਿਸਾਨਾਂ ਦੇ ਸਮਰਥਨ 'ਚ ਖੜਾ ਤੇ ਮੈਂ ਤੁਹਾਡੇ ਤੋਂ ਸਮਰਥਨ ਵਾਪਸ ਲੈ ਕੇ ਕਿਸਾਨਾਂ ਦੇ ਨਾਲ ਖੜਾ ਹੋ ਗਿਆ। ਤੇ ਅਗਲੀ ਖਬਰ ਇਹ ਹੈ ਕਿ 24, 25, 26, 27 ਇਹ 3-4 ਦਿਨ ਦੇ ਵਿੱਚ ਲਗਾਤਾਰ ਕਿਸਾਨ ਯੂਪੀ ਵੱਲੋਂ ਵੀ ਆਏ, ਉੱਤਰਾਖੰਡ ਵੱਲੋਂ ਵੀ ਆਏ, ਹਰਿਆਣਾ ਤੇ ਪੰਜਾਬ ਵੱਲੋਂ ਵੀ ਗਏ ਤੇ ਕਈ ਹੋਰਨਾਂ ਸੂਬਿਆਂ ਤੋਂ ਵੀ ਆਏ ਹੈ। ਪਰ ਹੋਰਨਾਂ ਸੂਬਿਆਂ ਤੋਂ ਘੱਟ ਗਿਣਤੀ ਵਿੱਚ ਆਇਆ, ਪੰਜਾਬ ਤੋਂ ਸਭ ਤੋਂ ਵੱਧ ਤੇ ਫਿਰ ਹਰਿਆਣੇ ਤੋਂ। ਤੇ ਹੁਣ ਖਬਰਾਂ ਮਿਲ ਰਹੀਆਂ ਨੇ ਕਿ ਪੰਜਾਬ ਤੋਂ, ਹਰਿਆਣੇ ਤੋਂ, ਦੋਵੇਂ ਸੂਬਿਆਂ ਤੋਂ ਕਿਸਾਨ ਇੱਕ ਵਾਰ ਫਿਰ ਤੋਂ ਵੱਡੇ ਕੂਚ ਦੀ ਤਿਆਰੀ ਕਰ ਬੈਠੇ ਆ। 6 ਦਿਨ ਹੋ ਗਿਆ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਸਰਹੱਦ ਤੇ ਅੰਦੋਲਨ ਕਰਦਿਆਂ ਤੇ ਇਹ ਨਾ ਰੁਕਦਾ ਨਜ਼ਰ ਆ ਰਿਹਾ, ਨਾ ਠੰਡਾ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਇਹਦੇ ਨਾਲ ਪੰਜਾਬ ਦੇ ਮਸ਼ਹੂਰ ਜਿਹੜੇ ਕਬੱਡੀ ਸਿਤਾਰੇ ਨੇ ਉਹ ਵੀ ਸਮਰਥਨ 'ਚ ਆ ਗਏ ਆ, ਗਾਇਕ ਵੀ ਸਮਰਥਨ 'ਚ ਆ ਗਏ ਆ, ਬੁੱਧੀਜੀਵੀ ਸਮਰਥਨ 'ਚ ਆ ਗਏ ਆ, ਅਦਾਕਾਰ ਸਮਰਥਨ 'ਚ ਆ ਗਏ ਆ। ਹੁਣ ਪੰਜਾਬ ਤੇ ਹਰਿਆਣਾ ਤੋਂ ਜਾਣਕਾਰੀਆਂ ਦੇ ਅਨੁਸਾਰ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਜਾਣ ਵਾਸਤੇ ਤਿਆਰੀ ਵਿੱਢੀ ਬੈਠੇ ਹੈ। ਕਿਸਾਨਾਂ ਵੱਲੋਂ ਦਿੱਲੀ ਜਾਮ ਕੀਤੀ ਹੋਈ ਹੈ। ਦਿੱਲੀ ਦੀਆਂ ਸੜਕਾਂ ਤੇ ਵੱਡੀ ਤਾਦਾਦ ਦੇ ਵਿੱਚ ਹੋਰ ਕਿਸਾਨ ਹੋਰ ਪਹੁੰਚਣ ਵਾਲੇ ਆ, ਜਿਸ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਣਗੀਆਂ, ਦਿੱਲੀ ਸਰਕਾਰ ਦੀਆਂ ਮੁਸ਼ਕਲਾਂ ਵੀ ਵਧਣਗੀਆਂ। ਹੁਣ ਪਿੰਡੋਂ ਪਿੰਡੀ ਖਬਰ ਦੇ ਮੁਤਾਬਕ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ, ਦਵਾਈਆਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਦਰਅਸਲ ਪੰਜਾਬ ਅਤੇ ਹਰਿਆਣਾ ਦੀਆਂ ਪੰਚਾਇਤਾਂ ਨੇ ਅਪੀਲ ਕੀਤੀ ਹੈ ਕਿ ਅਣਗਿਣਤ ਕਿਸਾਨ ਲੋਕਾਂ ਤੋਂ ਰਾਸ਼ਨ ਅਤੇ ਦਵਾਈਆਂ ਤੇ ਹੋਰ ਜ਼ਰੂਰਤ ਦਾ ਸਮਾਨ ਇਕੱਠਾ ਕਰਕੇ ਉੱਥੇ ਪੁੱਜਦਾ ਕਰਨ ਤੇ ਇਹਨਾਂ ਸਮਾਨਾਂ ਨੂੰ ਆਪਣੇ ਟਰੈਕਟਰਾਂ ਟਰਾਲੀਆਂ ਤੇ ਲੱਦ ਕੇ ਉਹਨਾਂ ਨੇ ਸਵੇਰ ਨੂੰ ਦਿੱਲੀ ਵਾਸਤੇ ਚਾਲੇ ਪਾ ਦੇਣੇ ਨੇ, ਰਵਾਨਾ ਹੋ ਜਾਣਾ। ਤੇ ਪਿੰਡਾਂ ਦੇ ਵਿੱਚ ਜਿਹੜੀਆਂ ਰਸਤਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ, ਮੇਰੇ ਕੋਲ ਪਿੰਡ ਜਗਤਪੁਰ ਜੱਟਾਂ ਤੋਂ ਇੱਕ ਵੀਡੀਓ ਵੀ ਆਈ ਹੈ ਤੇ ਕੁਝ ਫੋਟੋਗ੍ਰਾਫ ਵੀ ਉਹਨਾਂ ਨੇ ਉਚੇਚੇ ਤੌਰ ਤੇ ਪੁੱਜਦੇ ਕੀਤੇ ਆ ਜਸਵੀਰ ਕਲੇਰ ਹੋਣਾ ਨੇ। ਉਹ ਕਹਿੰਦੇ ਸਾਡੇ ਪਿੰਡੋਂ ਸਾਨੂੰ ਪਤਾ ਹੈ ਕਿ ਉੱਥੇ ਹੋ ਸਕਦਾ ਕਿ ਰੋਟੀ 2 ਵਕਤ ਉਹਨਾਂ ਨੂੰ ਚੱਜ ਨਾਲ ਨਾ ਮਿਲੇ, ਕਿਉਂਕਿ ਉਹ ਅੰਦੋਲਨ ਤੇ ਗਏ ਹੋਏ ਨੇ, ਸੰਘਰਸ਼ ਕਰ ਰਹੇ ਆ। ਕਹਿੰਦੇ ਅਸੀਂ ਫਿਰ ਖੋਏ ਦੀਆਂ ਪਿੰਨੀਆਂ ਦੀ ਟਰਾਲੀ ਭਰ ਲਈ ਤੇ ਖੋਏ ਦੀਆਂ ਪਿੰਨੀਆਂ ਦੀ ਟਰਾਲੀ ਭਰ ਕੇ ਦਿੱਲੀ ਵੱਲ ਰਵਾਨਾ ਕਰ ਦਿੱਤੀ ਹੈ। ਹੁਣ ਇਹ ਵੀ ਪਤਾ ਲੱਗ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਹਰਿਆਣੇ 'ਚ ਵੀ ਪੰਜਾਬ 'ਚ ਵੀ ਪੰਚਾਇਤਾਂ ਅਪੀਲਾਂ ਕਰ ਰਹੀਆਂ ਨੇ ਕਿ ਦੇਖੋ ਬਹੁਤ ਸਾਰੇ ਕਿਸਾਨ ਤਾਂ ਪਹਿਲਾਂ ਹੀ ਦਿੱਲੀ ਜਾ ਚੁੱਕੇ ਆ, ਬਾਰਡਰ ਤੇ ਬੈਠੇ ਆ, ਤੇ ਘੱਟੋ ਘੱਟ ਕਹਿੰਦੇ ਹਰ ਇੱਕ ਪਰਿਵਾਰ ਤੋਂ ਜੇ ਬਹੁਤੇ ਨਹੀਂ ਤਾਂ ਇੱਕ ਮੈਂਬਰ ਦਿੱਲੀ ਵੱਲ ਵਹੀਰ ਘੱਤੇ, ਤਾਂ ਕਿ ਪ੍ਰਦਰਸ਼ਨਕਾਰੀਆਂ ਦਾ ਹੌਸਲਾ ਵਧਾਇਆ ਜਾ ਸਕੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੁਣ ਸਾਰੇ ਵਰਗ ਉੱਠ ਖਲੋਤੇ ਆ। ਪੰਜਾਬੀ ਦੇ ਕਈ ਜਿਹੜੇ ਖਿਡਾਰੀ ਨੇ, ਸਿਤਾਰੇ ਨੇ, ਮਸ਼ਹੂਰ ਖਿਡਾਰੀ ਨੇ, ਉਹ ਇਹਨਾਂ ਦੇ ਸਮਰਥਨ ਦੇ ਵਿੱਚ ਆਏ ਨੇ। ਤੇ ਜਲੰਧਰ ਦੇ ਵਿੱਚੋਂ ਖਬਰ ਮਿਲੀ ਹੈ ਕਿ ਦਰਜਨ ਭਰ ਜ਼ਿਆਦਾ, ਸ਼ਾਇਦ ਦਰਜਨ ਤੋਂ ਵੀ ਜ਼ਿਆਦਾ ਨੇ ਇਹ ਸਨਮਾਨਿਤ ਖਿਡਾਰੀ, ਜਿਨ੍ਹਾਂ ਦੇ ਵਿੱਚ ਪਦਮ ਸ਼੍ਰੀ ਵੀ ਨੇ, ਅਰਜੁਨਾ ਅਵਾਰਡੀ ਵੀ ਨੇ, ਦਰੋਣਾਚਾਰੀਆ ਅਵਾਰਡੀ ਵੀ ਨੇ। ਉਹ ਕਹਿੰਦੇ ਜੇਕਰ ਸਰਕਾਰ ਨੇ 5 ਦਿਨਾਂ ਦੇ ਅੰਦਰ ਅੰਦਰ ਆ ਖੇਤੀਬਾੜੀ ਕਾਨੂੰਨ ਰੱਦ ਨਾ ਕੀਤੇ ਤਾਂ ਸਾਨੂੰ ਆ ਆਪਣੀਆਂ ਉਪਾਧੀਆਂ, ਆ ਆਪਣੇ ਮੈਡਲ, ਆ ਆਪਣੇ ਸਨਮਾਨ ਨਹੀਂ ਚਾਹੀਦੇ, ਅਸੀਂ ਵਾਪਸ ਕਰ ਦੇਣੇ ਹੈ। ਤੇ ਫਿਲਮ ਜਗਤ ਦੇ ਵੀ ਕਈ ਸਿਤਾਰੇ ਨੇ, ਕਈ ਗਾਇਕ ਨੇ, ਕਈ ਲੇਖਕ ਨੇ, ਕਈ ਸੰਗੀਤਕਾਰ ਨੇ, ਸਾਰੇ ਕੁਝ ਪਹਿਲਾਂ ਵੀ ਸ਼ਾਮਲ ਸੀ ਤੇ ਹੁਣ ਹੋਰ ਸ਼ਾਮਲ ਹੁੰਦੇ ਜਾ ਰਹੇ ਹਨ ਤੇ ਕਿਸਾਨੀ ਦੇ ਨਾਲ ਮੋਢਾ ਜੋੜ ਕੇ ਅੱਗੇ ਤੁਰ ਰਹੇ ਨੇ ਤੇ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਰਹੇ ਨੇ। ਹੁਣ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਵਾਰ-ਵਾਰ ਭਾਵੇਂ ਪ੍ਰਧਾਨ ਮੰਤਰੀ ਕਹਿਣ, ਭਾਵੇਂ ਖੇਤੀਬਾੜੀ ਮੰਤਰੀ ਕਹਿਣ ਤੇ ਜਾਂ ਕੋਈ ਹੋਰ ਮੰਤਰੀ ਕਹੇ, ਉਹ ਵਾਰ-ਵਾਰ ਜ਼ਿਕਰ ਕਰਦੇ ਆ ਕਿ ਅਸੀਂ ਇਹਦੇ ਵਿੱਚੋਂ ਵਿਚੋਲਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ। ਜਦੋਂ ਆਹ ਖਬਰ ਹਰਿਆਣਾ ਦੇ ਆੜਤੀਆਂ ਕੋਲ ਵੀ ਤਾਂ ਪਹੁੰਚਣੀ ਸੀ, ਘੁਸਮੁਸ ਤਾਂ ਕਾਫੀ ਦੇਰ ਦੀ ਹੁੰਦੀ ਸੀ, ਪਰ ਅੱਜ ਪਤਾ ਲੱਗਿਆ ਕਿ ਹਰਿਆਣੇ ਦੇ ਵਿੱਚ ਆੜਤੀਆਂ ਨੇ ਇੱਕ ਸੰਕੇਤਕ ਹੜਤਾਲ ਕੀਤੀ ਹੈ ਤੇ ਉਹ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਹੈ, ਕਿਉਂਕਿ ਵਾਰ-ਵਾਰ ਇਹ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਜਿਹੜੇ ਵਿਚੋਲੇ ਨੇ, ਆ ਖੇਤੀਬਾੜੀ ਕਾਨੂੰਨ ਜਿਹੜੇ ਆਏ ਨੇ ਉਹਨਾਂ ਦੀ ਭੂਮਿਕਾ ਨੂੰ ਖਤਮ ਕਰ ਦਿੱਤਾ ਜਾਏਗਾ ਤੇ ਭਾਵ
ਆੜ੍ਹਤੀਆਂ ਨੂੰ ਵਿਚੋਲੇ ਦੱਸਿਆ ਜਾ ਰਿਹਾ ਹੈ। ਹੁਣ ਪੰਜਾਬ ਦਾ ਕਿਸਾਨ ਵੀ ਸੰਘਰਸ਼ ਕਰ ਰਿਹਾ ਹੈ, ਉਹਨਾਂ ਦੇ ਹੱਕ ਵਿੱਚ ਕਲਾਕਾਰ, ਅਦਾਕਾਰ, ਲੇਖਕ, ਬੁੱਧੀਜੀਵੀ ਹਰ ਵਰਗ ਤੁਰ ਪਿਆ ਤੇ ਅੱਜ ਆੜ੍ਹਤੀ ਵੀ ਉਹਨਾਂ ਦੀ ਸਮਰਥਨ ਦੇ ਵਿੱਚ ਆਵਾਜ਼ ਉਠਾ ਰਹੇ ਸੀ। ਹੁਣ ਕਿਸਾਨਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਵਿਚੋਲਿਆਂ ਦਾ ਦਰਅਸਲ ਵਿਚੋਲਿਆਂ ਦੀ ਹੋਂਦ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਕਿਸਾਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਕਿਉਂਕਿ ਜੇਕਰ ਖੇਤੀ ਦੇ ਪੇਸ਼ੇ ਦੀ ਗੱਲ ਕਰੀ ਜਾਵੇ ਤਾਂ ਖੇਤੀ ਦੇ ਵਿੱਚ ਜਿਹੜੀ ਆਰਥਿਕਤਾ ਹੈ ਉਹ ਵੱਡੀ ਗਿਣਤੀ ਵਿੱਚ ਆਮ ਛੋਟੇ ਕਿਸਾਨਾਂ ਦੀ ਆੜ੍ਹਤੀਆਂ ਤੇ ਟਿਕੀ ਰਹਿੰਦੀ ਹੈ। ਸੁਸ਼ਮਾ ਸਵਰਾਜ ਨੇ ਵੀ ਇੱਕ ਵਾਰੀ ਕਿਹਾ ਸੀ, ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਵੀਡੀਓ ਦੇਖੀ ਹੋਵੇ, ਕਿ ਸਭ ਤੋਂ ਵੱਡਾ ATM ਕਿਸਾਨਾਂ ਦਾ ਆੜ੍ਹਤੀਏ ਨੇ। ਉਹਨਾਂ ਨੂੰ ਮਰਗ ਤੇ ਜ਼ਰੂਰਤ ਪੈਂਦੀ ਹੈ ਤਾਂ ਆੜ੍ਹਤੀਏ ਕੋਲ, ਕਿਸੇ ਖੁਸ਼ੀ ਦੇ ਮੌਕੇ ਤੇ ਜ਼ਰੂਰਤ ਪੈਂਦੀ ਹੈ ਤਾਂ ਆੜ੍ਹਤੀਏ ਕੋਲ, ਕਿਸੇ ਧੀ ਪੁੱਤ ਨੂੰ ਸਕੂਲ, ਯੂਨੀਵਰਸਿਟੀ, ਕਾਲਜ ਭੇਜਣਾ ਤਾਂ ਆੜ੍ਹਤੀਏ ਕੋਲ। ਸੋ ਹੁਣ ਕਿਸਾਨ ਫਸਲ ਕੱਟਦਾ, ਆਪਣੀ ਫਸਲ ਚੁੱਕਦਾ, ਆੜ੍ਹਤੀਏ ਕੋਲ ਲੈ ਜਾਂਦਾ ਤੇ ਜਿਹੜਾ ਕਰਜ਼ ਲਿਆ ਹੁੰਦਾ ਆਸਾਨੀ ਨਾਲ ਲਿਆ ਕਰਜ਼ ਫਿਰ ਉਹਦੇ ਤਰੀਕੇ ਨਾਲ ਉੱਥੇ ਜਿਣਸ ਸੁੱਟ ਕੇ ਲਾ ਦਿੰਦਾ। ਪਰ ਹੁਣ ਸਰਕਾਰ ਕਹਿੰਦੀ ਹੈ ਕਿ ਬੈਂਕਾਂ ਤੋਂ ਕਰਜ਼ ਲਓ ਤੇ ਅਸੀਂ ਵਿਚੋਲੇ ਬਾਹਰ ਕੱਢਣੇ ਆ, ਪਰ ਇਹਨਾਂ ਵਿਚੋਲਿਆਂ ਨੂੰ ਕੱਢ ਕੇ ਵੱਡੇ ਵਿਚੋਲੇ ਉਹ ਇਹਦੇ ਵਿੱਚ ਸ਼ਾਮਲ ਕਰ ਰਹੀ ਹੈ। ਸੋ ਇਸ ਕਰਕੇ ਅੱਜ ਜਿਹੜੀ ਹਰਿਆਣੇ ਦੇ ਵਿੱਚ ਸੰਕੇਤਕ ਹੜਤਾਲ ਕੀਤੀ ਆੜ੍ਹਤੀਆਂ ਨੇ, ਉਹਦੇ 'ਚ ਸਿਰਫ ਆੜ੍ਹਤੀ ਨਹੀਂ ਸੀ, ਉਹਦੇ ਵਿੱਚ ਵੱਡੀ ਗਿਣਤੀ ਵਿੱਚ ਮੁਨੀਮ ਵੀ ਸੀ, ਉਹਦੇ ਵਿੱਚ ਮਜ਼ਦੂਰ ਵੀ ਸੀ, ਉਹਦੇ ਵਿੱਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਲੋਕ ਵੀ ਸ਼ਾਮਲ ਹੋਏ ਹੈ। ਸੋ ਕਹਿਣ ਦਾ ਭਾਵ ਇਹ ਹੁਣ ਕਿਸਾਨ ਅੰਦੋਲਨ ਨਹੀਂ, ਲੋਕ ਅੰਦੋਲਨ, ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਿਆ ਹੈ। ਹੁਣ ਤੁਸੀਂ ਵੇਖ ਰਹੇ ਹੋਵੋਗੇ ਕਿ ਬਹੁਤ ਸਾਰਾ ਮੀਡੀਆ ਜਿਹੜਾ ਨੈਸ਼ਨਲ ਮੀਡੀਆ ਉਹ ਬਿਲਕੁਲ ਤਵੱਜੋ ਨਹੀਂ ਦੇ ਰਿਹਾ। ਉਹਨਾਂ ਨੂੰ ਕੰਗਣਾ ਰਣੌਤ ਦੇ ਘਰ ਦੇ ਸ਼ੀਸ਼ੇ ਟੁੱਟੇ ਨਜ਼ਰ ਆਏ ਸੀ, ਉਹਨਾਂ ਨੂੰ ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ਹਾਲੇ ਵੀ ਭੁੱਲੀ ਨਹੀਂ, ਉਹਨਾਂ ਨੂੰ ਗੋਸਵਾਮੀ ਫੜਿਆ ਗਿਆ, ਛੱਡ ਦਿੱਤਾ, ਜ਼ਮਾਨਤ ਹੋ ਗਈ, ਇਹਨਾਂ ਤੋਂ ਬਿਨਾਂ ਕੋਈ ਵੱਡੀ ਖਬਰ ਨਹੀਂ ਲੱਗਦੀ, ਨਾ ਲਾਉਣ। ਹੁਣ ਤੁਸੀਂ ਦੇਖੋ, ਆਨਰੇਬਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਕੈਨੇਡਾ ਦੇ ਪ੍ਰਧਾਨ ਮੰਤਰੀ, ਅਮਰੀਕਾ ਤੋਂ, ਬਰਤਾਨੀਆ ਤੋਂ ਸੰਸਦ ਮੈਂਬਰ, ਕੁਝ ਮੰਤਰੀ, ਇਹ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਭੁਗਤ ਰਹੇ ਨੇ, ਹੱਕ ਵਿੱਚ ਹਾਦਾ ਨਾਰਾ ਮਾਰ ਰਹੇ ਨੇ। ਉਹ ਕਹਿੰਦੇ ਭਾਰਤ ਦੇ ਵਿੱਚ ਜਿਹੜਾ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਅਸੀਂ ਉਹਨਾਂ ਦੇ ਹੱਕ ਵਿੱਚ ਹਾਦਾ ਨਾਰਾ ਮਾਰਦੇ ਹਾਂ। ਇਹ ਹਾਦਾ ਨਾਰਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰਿਆ। ਅਸਲ ਵਿੱਚ ਜਸਟਿਨ ਟਰੂਡੋ ਵੈਸੇ ਵੀ ਪੰਜਾਬੀਆਂ ਦੇ ਵਿੱਚ ਬੜੇ ਹਰਮਨ ਪਿਆਰੇ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਹੋ ਸਕਦਾ ਕਿ ਉਹ ਚੈਨਲ ਨਾ ਦਿਖਾਉਂਦੇ ਹੋਣ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਸ ਵੀਡੀਓ ਨੂੰ ਜਦੋਂ ਕੱਲ੍ਹ ਗੁਰਪੁਰਬ ਦੇ ਮੌਕੇ 'ਤੇ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਵਧਾਈ ਸੰਦੇਸ਼ ਦੇ ਰਹੇ ਸੀ, ਕਿਸਾਨਾਂ ਦੀ, ਫਾਰਮਰਾਂ ਦੀ ਗੱਲ ਕਰਨੀ ਨਹੀਂ ਭੁੱਲੇ। ਉਹ ਤੋਂ ਬਾਅਦ ਬਰਤਾਨੀਆ 'ਚੋਂ ਵੀ ਖਬਰਾਂ ਮਿਲ ਰਹੀਆਂ ਨੇ, ਅਮਰੀਕਾ ਦੇ ਕਈ ਸੰਸਦ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਬਰਤਾਨੀਆ 'ਚ ਲੇਬਰ ਪਾਰਟੀ ਦੇ ਸੰਸਦ ਨੇ ਅਤੇ ਰੇਲ ਮੰਤਰੀ ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਟਵੀਟ ਕੀਤਾ ਹੈ ਤੇ ਕਈ ਹੋਰ ਸੰਸਥਾ ਨੇ ਵੀ ਟਵੀਟ ਕੀਤੇ ਹੈ। ਤਨਮਨਜੀਤ ਸਿੰਘ ਢੇਸੀ ਕਹਿੰਦੇ ਇਹ ਬਹੁਤ ਹੀ ਵੱਖਰੀ ਤਰ੍ਹਾਂ ਦੇ ਲੋਕ ਨੇ ਜੋ ਆਪਣਾ ਦਮਨ ਕਰਨ ਵਾਲੇ ਲੋਕਾਂ ਦਾ ਹੀ ਪੇਟ ਭਰਦੇ ਨੇ। ਮੈਂ ਪੰਜਾਬ ਅਤੇ ਭਾਰਤ ਦੇ ਬਾਕੀ ਰਾਜਾਂ ਦੇ ਕਿਸਾਨਾਂ, ਆਪਣੇ ਦੋਸਤਾਂ ਅਤੇ ਪਰਿਵਾਰ ਤੇ ਲੋਕਾਂ ਦੇ ਨਾਲ ਖੜਾ ਹੈ। ਉਹਨਾਂ ਨੇ ਹੈਸ਼ਟੈਗ ਕੀਤਾ ਫਾਰਮਰਸ ਬਿੱਲ 2020 ਦੇ ਤਹਿਤ ਕਹਿੰਦੇ ਹੋਣ ਵਾਲੇ ਨਿੱਜੀਕਰਨ ਦਾ ਮੈਂ ਵਿਰੋਧ ਕਰ ਰਿਹਾ। ਲੇਬਰ ਪਾਰਟੀ ਦੇ ਇੱਕ ਹੋਰ ਸੰਸਦ ਨੇ ਜੌਨ ਮੈਕਡੋਨਲਡ, ਉਹਨਾਂ ਨੇ ਵੀ ਤਨਮਨਜੀਤ ਸਿੰਘ ਢੇਸੀ ਦਾ ਸਮਰਥਨ ਕੀਤਾ। ਉਹਨਾਂ ਨੇ ਲਿਖਿਆ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਜਿਹੜਾ ਰਵੱਈਆ ਅਪਣਾਇਆ ਜਾ ਰਿਹਾ ਹੈ ਇਹ ਸਵੀਕਾਰਨਯੋਗ ਨਹੀਂ ਹੈ, ਇਹ ਭਾਰਤ ਦੇ ਅਕਸ ਨੂੰ ਖਰਾਬ ਕਰ ਰਹੀ ਹੈ। ਲੇਬਰ ਪਾਰਟੀ ਦੀ ਇੱਕ ਹੋਰ ਸੰਸਦ ਨੇ ਬਰਤਾਨੀਆ 'ਚ, ਪ੍ਰੀਤ ਕੌਰ ਗਿੱਲ, ਉਹਨਾਂ ਨੇ ਵੀ ਟਵੀਟ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ਦਿੱਲੀ ਤੋਂ ਹੈਰਾਨ ਕਰਨ ਵਾਲੇ ਦ੍ਰਿਸ਼, ਕਿਸਾਨ ਆਪਣੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰਨ ਵਾਲੇ ਵਿਵਾਦਤ ਬਿੱਲ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਨੇ, ਪਰ ਉਹਨਾਂ ਨੂੰ ਚੁੱਪ ਕਰਾਉਣ ਲਈ ਪਾਣੀ ਦੀਆਂ ਤੇਜ਼ ਵਾਛੜਾਂ, ਹੰਝੂ ਗੈਸ ਤੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹ ਕਹਿੰਦੀ ਭਾਰਤ ਦੇ ਵਿੱਚ ਵਿਵਾਦਤ ਕਾਨੂੰਨ ਸੰਬੰਧੀ ਵਿਰੋਧ ਕਰ ਰਹੇ ਨਾਗਰਿਕਾਂ ਦੇ ਨਾਲ ਜਿਹੜਾ ਇਹ ਵਤੀਰਾ ਹੈ ਇਹ ਬਿਲਕੁਲ ਸਹੀ ਨਹੀਂ। ਕੈਨੇਡਾ ਦੇ ਵਿੱਚੋਂ ਵੀ ਭਾਰਤ ਦੇ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆਮ ਲੋਕ ਵੀ ਅਤੇ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਅਤੇ ਰਾਜਨੀਤਿਕ ਲੀਡਰ ਵੀ ਹੱਕ ਵਿੱਚ ਨਿੱਤਰ ਰਹੇ ਨੇ। ਕੈਨੇਡਾ ਦੀ ਨੈਸ਼ਨਲ ਪਾਰਟੀ ਹੈ NDP ਦੇ ਲੀਡਰ ਨੇ ਜਗਮੀਤ ਸਿੰਘ। ਜਗਮੀਤ ਸਿੰਘ ਨੇ ਮੋਹਰੀ ਰੋਲ ਇੱਕ ਵਾਰੀ ਫੇਰ ਅਦਾ ਕੀਤਾ ਹੈ। ਜਗਮੀਤ ਸਿੰਘ ਨੇ ਵੀ ਟਵੀਟ ਕੀਤਾ ਹੈ, ਦਰਅਸਲ ਸਾਰੇ ਇਹਨਾਂ ਲੀਡਰਾਂ ਨੇ ਟਵੀਟ ਕੀਤੇ ਹੈ। ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ
ਭਾਰਤ ਸਰਕਾਰ ਦੀ ਹਿੰਸਾ ਬਹੁਤ ਦੁੱਖ ਪਹੁੰਚਾਉਣ ਵਾਲੀ ਹੈ। ਮੈਂ ਪੰਜਾਬ ਅਤੇ ਭਾਰਤ ਦੇ ਕਿਸਾਨਾਂ ਦੇ ਨਾਲ ਖੜਾ ਹਾਂ। ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਹਿੰਸਾ ਦੀ ਬਜਾਏ ਸ਼ਾਂਤੀਪੂਰਨ ਗੱਲਬਾਤ ਦਾ ਰਸਤਾ ਅਪਣਾਉਣ। ਸੇਂਟ ਜੌਨ ਈਸਟ ਤੋਂ ਸੰਸਦ ਨੇ ਜੈਕ ਹੈਰਿਸ, ਉਹਨਾਂ ਨੇ ਵੀ ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਸੰਬੰਧੀ ਟਵੀਟ ਕੀਤਾ। ਉਹਨਾਂ ਲਿਖਿਆ, ਅਸੀਂ ਇਹ ਦੇਖ ਕੇ ਹੈਰਾਨ ਹਾਂ ਕਿ ਰੋਜ਼ੀ ਰੋਟੀ ਤੇ ਸੰਕਟ ਦੇਖ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਭਾਰਤ ਸਰਕਾਰ ਦਮਨ ਕਰ ਰਹੀ ਹੈ। ਹੰਝੂ ਗੈਸ ਤੇ ਗੋਲੇ, ਪਾਣੀ ਦੀਆਂ ਵਾਛੜਾਂ ਦੀ ਬਜਾਏ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ। ਓਨਟਾਰੀਓ ਦੇ ਵਿਰੋਧੀ ਧਿਰ ਦੇ ਲੀਡਰ ਨੇ ਐਂਡਰਿਊ, ਉਹਨਾਂ ਨੇ ਵੀ ਟਵੀਟ ਕੀਤਾ। ਉਹ ਕਹਿੰਦੇ, ਮੈਂ ਭਾਰਤ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਓਨਟਾਰੀਓ ਵਿੱਚ ਇਸ ਦੇ ਖਿਲਾਫ ਜਿਹੜੇ ਉਹਨਾਂ ਦੇ ਪਰਿਵਾਰ ਨੇ ਪ੍ਰਦਰਸ਼ਨ ਕਰ ਰਹੇ ਨੇ, ਮੈਂ ਉਹਨਾਂ ਦੇ ਨਾਲ ਖੜੀ ਹਾਂ। ਹਰ ਕਿਸੇ ਨੂੰ ਸਰਕਾਰ ਸਮਰਪਿਤ ਹਿੰਸਾ ਦੇ ਡਰ ਬਿਨਾਂ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕੈਨੇਡਾ ਦੇ ਬਰੈਂਪਟਨ ਤੋਂ ਈਸਟ ਤੋਂ MPP ਨੇ ਗੁਰਰਤਨ ਸਿੰਘ, ਉਹਨਾਂ ਨੇ ਵੀ ਆਖਿਆ ਕਿ ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਦਾ ਮੁੱਦਾ ਮੈਂ ਚੁੱਕਿਆ। ਉਹ ਲਿਖਦੇ ਆ ਕਿ ਭਾਰਤ ਵਿੱਚ ਕਿਸਾਨਾਂ ਤੇ ਹਮਲਾ ਹੋ ਰਿਹਾ ਹੈ, ਇਸ ਲਈ ਮੈਂ ਸਦਨ ਨੂੰ ਭਾਰਤ ਸਰਕਾਰ ਤੇ ਇਸ ਅਨਿਆਂਪੂਰਨ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰਦਾ ਹਾਂ। ਬਰੈਂਪਟਨ ਦੇ ਇੱਕ ਹੋਰ ਲੀਡਰ ਨੇ ਕੇਵਨ ਯਾਰਡੇ ਅਤੇ ਸਾਰਾ ਸਿੰਘ, ਉਹਨਾਂ ਨੇ ਵੀ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਬਰੈਂਪਟਨ ਸੈਂਟਰ ਤੋਂ ਨੇ MPP ਸਾਰਾ ਸਿੰਘ, ਉਹਨਾਂ ਨੇ ਵੀ ਟਵੀਟ ਕੀਤਾ। ਉਹ ਕਹਿੰਦੇ, ਪੰਜਾਬ ਦੇ ਇੱਕ ਕਿਸਾਨ ਦੀ ਪੋਤੀ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਨਾਲ ਖੜੀ ਹਾਂ, ਕਿਉਂਕਿ ਉਹ ਆਪਣੀ ਰੋਜ਼ੀ ਰੋਟੀ ਬਚਾਉਣ ਦੇ ਵਾਸਤੇ ਇੱਕ ਨੁਕਸਾਨਦਾਇਕ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਬਰਤਾਨੀਆ ਅਤੇ ਕੈਨੇਡਾ ਦੇ ਵਾਂਗ ਅਮਰੀਕਾ ਵਿੱਚ ਵੀ ਕਿਸਾਨਾਂ ਦੇ ਅੰਦੋਲਨ ਸੰਬੰਧੀ ਬਹੁਤ ਚਰਚਾ ਭਾਵੇਂ ਹੋ ਰਹੀ ਹੈ, ਪਰ ਕੈਨੇਡਾ ਅਤੇ ਬਰਤਾਨੀਆ ਦੇ ਮੁਕਾਬਲੇ ਘੱਟ ਹੋ ਰਹੀ ਹੈ। ਪਰ ਆਮ ਲੋਕ ਕੈਨੇਡਾ, ਬਰਤਾਨੀਆ ਵਾਂਗ ਅਮਰੀਕਾ ਦੇ ਵਿੱਚ ਵੀ ਚਰਚਾ ਵੱਡੇ ਰੂਪ ਵਿੱਚ ਕਰ ਰਹੇ ਨੇ, ਪਰ ਨੁਮਾਇੰਦੇ ਚੁਣੇ ਹੋਏ ਘੱਟ ਕਰ ਰਹੇ ਨੇ। ਰਿਪਬਲਿਕਨ ਪਾਰਟੀ ਦੀ ਮੈਂਬਰ ਅਤੇ ਵਕੀਲ ਹਰਮੀਤ ਢਿੱਲੋਂ ਨੇ ਟਵੀਟ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ। ਪੰਜਾਬ ਦੇ ਕਿਸਾਨ ਪਰਿਵਾਰ ਤੋਂ ਹੋਣ ਦੇ ਨਾਤੇ ਪੰਜਾਬੀ ਕਿਸਾਨਾਂ ਤੇ ਹਮਲਾ ਹੁੰਦੇ ਦੇਖ ਮੇਰਾ ਦਿਲ ਦੁਖੀ ਹੈ। ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਸੁਣਨ, ਉਹਨਾਂ ਨਾਲ ਮੁਲਾਕਾਤ ਕਰਨ ਅਤੇ ਇਸ ਦਾ ਕੋਈ ਹੱਲ ਕੱਢਣ, ਭਾਵੇਂ ਕਿ ਅਜਿਹਾ ਨਹੀਂ ਹੈ ਕਿ ਸਿਰਫ ਪੰਜਾਬੀ ਮੂਲ ਦੇ ਲੋਕ ਹੀ ਇਹਨਾਂ ਪ੍ਰਦਰਸ਼ਨਾਂ ਦਾ ਸਮਰਥਨ ਕਰ ਰਹੇ ਨੇ, ਕਿਉਂਕਿ ਇਹਦੇ ਵਿੱਚ ਜੈਕ ਹੈਰਿਸ, ਜੌਨ ਮੈਕਡੋਨਲ, ਕੇਵਨ ਯਾਰਡੇ, ਐਂਡਰੀਆ ਅਤੇ ਇਹਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਲਗਭਗ ਹਰ ਇੱਕ ਸਿਆਸੀ ਪਾਰਟੀ ਜਿੱਥੇ ਭਾਰਤੀਆਂ ਤੇ ਪੰਜਾਬੀਆਂ ਦੀ ਸੰਘਣੀ ਵਸੋਂ ਹੈ, ਜਿੱਥੇ ਉਹਨਾਂ ਦੇ ਕੰਨੀ ਇਹ ਆਵਾਜ਼ ਪਈ ਹੈ ਕਿ ਭਾਰਤ ਦਾ ਅੰਨਦਾਤਾ ਸੜਕਾਂ ਦੇ ਉੱਤੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹੈ ਤੇ ਉਹ ਕਿਸਾਨਾਂ ਦੇ ਹੱਕ ਵਿੱਚ ਹਾਂ ਦੇ ਨਾਅਰੇ ਮਾਰ ਰਹੇ ਨੇ। ਅਗਲੀ ਖਬਰ ਹੈ, ਇੱਕ ਵਿਧਾਇਕ ਨੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਚੋਣ ਜਿੱਤੇ ਸੀ, ਵਿਧਾਨ ਸਭਾ ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ, ਉਹਨਾਂ ਦਾ ਨਾਮ ਹੈ ਅਮਰਜੀਤ ਸਿੰਘ ਸੰਦੋਆ। ਖਬਰ ਮਿਲ ਰਹੀ ਹੈ ਕਿ ਅੱਜ ਮੁੜ ਉਹ ਦੁਬਾਰਾ ਉਸੇ ਪਾਰਟੀ ਵਿੱਚ ਸ਼ਾਮਲ ਹੋ ਗਏ ਹੈ। ਅਸਲ ਦੇ ਵਿੱਚ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਾਣਾ ਉਹਨਾਂ ਦੀ ਵੱਡੀ ਭੁੱਲ ਸੀ। ਕਹਿੰਦੇ ਹੁਣ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ। ਅਹਿਸਾਸ ਹੋਣ ਤੋਂ ਬਾਅਦ ਉਹ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਵਾਪਸ ਆ ਗਏ। ਵਿਧਾਇਕ ਸੰਦੋਆ ਨੇ ਐਲਾਨ ਕੀਤਾ ਕਿ ਮੈਨੂੰ ਨਾ ਤਾਂ ਟਿਕਟ ਚਾਹੀਦੀ ਹੈ, ਨਾ ਕੋਈ ਅਹੁਦਾ ਚਾਹੀਦਾ, ਨਾ ਮੈਂ ਕੋਈ ਹੋਰ ਰੁਤਬੇ ਦੀ ਉਡੀਕ ਵਿੱਚ ਹੈ। ਮੈਂ ਇੱਕ ਆਮ ਪਾਰਟੀ ਦੇ ਵਿੱਚ ਵਲੰਟੀਅਰ ਬਣ ਕੇ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ। ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਦੇ ਵਾਸਤੇ ਲੜੇ ਜਾ ਰਹੇ ਸੰਘਰਸ਼ ਦੇ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ, ਹਰਿਆਣਾ ਦੀ ਖੱਟੜ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਭਾਜਪਾ ਦੀ ਅਗਵਾਈ ਵਿੱਚ ਜੋ ਚੱਲ ਰਹੀ ਹੈ, ਇਹ ਕਿਸਾਨਾਂ ਨੂੰ ਦਰੜਨ ਵਿੱਚ ਲੱਗੀਆਂ ਹੋਈਆਂ ਨੇ। ਪਰ ਕਹਿੰਦੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਕਈ ਕਿਸਾਨ ਪੱਖੀ ਫੈਸਲੇ ਲਏ ਹੈ ਜਿਨ੍ਹਾਂ ਤੋਂ ਕਹਿੰਦੇ ਉਹ ਪ੍ਰਭਾਵਿਤ ਹੋਏ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਤੋੜ ਨਹੀਂ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਦੁਬਾਰਾ ਮੈਂ ਆਮ ਆਦਮੀ ਪਾਰਟੀ ਵਿੱਚ ਵਾਪਸ ਆਇਆ। ਇੱਥੇ ਸ਼ਾਇਦ ਇਹ ਗੱਲ ਦੱਸਣੀ ਬੜੀ ਲਾਜ਼ਮੀ ਹੈ ਕਿ ਵਿਧਾਇਕ ਸੰਦੋਆ ਬੀਤੇ ਦਿਨੀ ਕਿਸਾਨ ਅੰਦੋਲਨ ਲਈ ਦਿੱਲੀ ਗਏ ਸੀ ਅਤੇ ਉੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੂੰ ਮਿਲੇ ਸੀ। ਉਹਨਾਂ ਨੂੰ ਮਿਲਣ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਅਗਲੀ ਖਬਰ, ਇੱਕ ਬੀਬੀ ਹੈ, ਫਿਲਮਾਂ ਚੱਲ ਗਈਆਂ ਹੋਣਗੀਆਂ 5-7, ਬੜਾ ਗਰੂਰ ਹੋ ਗਿਆ, ਟਵੀਟ ਕਰਦੀ ਹੈ
ਤੇ ਬਾਅਦ ਦੇ ਵਿੱਚ ਉਹਨੂੰ ਟਵੀਟ ਡਿਲੀਟ ਕਰਨਾ ਪਿਆ। ਪਰ ਆ ਬਜ਼ੁਰਗ ਮਾਂ ਨੇ ਪੰਜਾਬਣ ਨੇ ਠੋਕ ਕੇ ਜਵਾਬ ਦਿੱਤਾ ਹੈ। ਅਸਲ ਦੇ ਵਿੱਚ ਇਸ ਔਰਤ ਦਾ ਨਾਂ ਹੈ ਕੰਗਣਾ ਰਣੌਤ। ਇਹਨੇ ਟਵੀਟ ਕੀਤਾ ਸੀ ਕਿ ਲਗਭਗ 85 ਕੁ ਵਰ੍ਹਿਆਂ ਦੀ ਔਰਤ ਇਹ ਪਹਾੜੇ ਤੇ ਆਈ ਹੋਈ ਹੈ, ਜਿਸ ਦੇ ਕਾਰਨ ਇਸ ਬਜ਼ੁਰਗ ਮਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਕਰਨਾ ਵੀ ਚਾਹੀਦਾ। ਅਸਲ ਦੇ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡਿਆਂ ਦੀ 85 ਵਰ੍ਹਿਆਂ ਦੀ ਬਜ਼ੁਰਗ ਮਾਂ, ਉਹਨਾਂ ਦੀ ਇੱਕ ਫੋਟੋ ਟਵੀਟ ਕੀਤੀ ਅਤੇ ਕੰਗਣਾ ਨੇ ਨਾਲ ਲਿਖਿਆ ਕਿ 100 ਰੁਪਏ ਨਾਲ ਮਜ਼ਦੂਰੀ ਤੇ ਬੀਬੀਆਂ ਵੀ ਕਿਸਾਨ ਸੰਘਰਸ਼ ਵਿੱਚ ਆਈਆਂ ਨੇ ਬਈ। ਇਹਦਾ ਹੀ ਜਵਾਬ ਦਿੱਤਾ ਬਜ਼ੁਰਗ ਮਾਂ ਨੇ। ਮਾਂ ਦਾ ਨਾਂ ਹੈ ਮਹਿੰਦਰ ਕੌਰ। ਮਹਿੰਦਰ ਕੌਰ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ 13 ਏਕੜ ਜ਼ਮੀਨ ਹੈ, 10 ਮਜ਼ਦੂਰ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ ਆ। ਉਹ ਕਿਸਾਨੀ ਭਰਾਵਾਂ ਦੇ ਹੱਕਾਂ ਲਈ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਅੱਗੇ ਵੀ ਇਹ ਸੰਘਰਸ਼ ਜਾਰੀ ਰੱਖਣਗੇ। ਉਹ ਕਹਿੰਦੇ 100 ਰੁਪਏ ਵਾਲੀ ਗੱਲ ਲਿਖ ਕੇ ਕੰਗਣਾ ਨੇ ਕਿਸਾਨਾਂ ਦਾ ਅਪਮਾਨ ਕੀਤਾ, ਜਿਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ। ਬਜ਼ੁਰਗ ਮਾਂ ਮਹਿੰਦਰ ਕੌਰ ਅਤੇ ਉਹਨਾਂ ਦੇ ਪਤੀ ਨੇ ਕਿਹਾ ਕਿ ਕੰਗਣਾ ਰਣੌਤ ਜੇ ਚਾਹੁੰਦੀ ਹੈ ਤਾਂ ਉਹਨੂੰ ਅਸੀਂ ਮਜ਼ਦੂਰੀ ਤੇ ਰੱਖ ਸਕਦੇ ਹਾਂ, 10 ਹੋਰ ਰੱਖੇ ਨੇ, 11ਵੀਂ ਨੂੰ ਰੱਖ ਲਾਂਗੇ। ਇਸ ਤਰੀਕੇ ਨਾਲ ਕਿਸੇ ਦਾ ਵੀ ਅਪਮਾਨ ਕਰਨ ਵਾਲੀ ਕੌਣੇ ਹੁੰਦੀ ਹੈ। ਉਸਨੇ ਅਜਿਹਾ ਕੀ ਵੇਖਿਆ ਕਿ 100 ਰੁਪਏ ਵਾਲੀ ਗੱਲ ਲਿਖ ਕੇ ਕਿਸਾਨਾਂ ਦਾ ਅਪਮਾਨ ਕਰਨ ਲੱਗ ਪਈ। ਉਹ ਕਹਿੰਦੇ ਅਸੀਂ ਕੰਗਣਾ ਦਾ ਵਿਰੋਧ ਕਰਦੇ ਹਾਂ, ਇਹਦੇ ਨਾਲ ਹੀ ਅਸੀਂ ਕੇਂਦਰ ਸਰਕਾਰ ਦੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਉਹ ਕਹਿੰਦੇ ਜਦੋਂ ਤੱਕ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਮੌਤ ਦੇ ਵਾਰੰਟ ਜੋ ਇਹਨਾਂ ਨੇ ਤਿਆਰ ਕੀਤੇ ਨੇ ਉਹ ਰੱਦ ਨਹੀਂ ਹੋ ਜਾਂਦੇ, ਉਨੀ ਦੇਰ ਤੱਕ ਸੰਘਰਸ਼ਸ਼ੀਲ ਰਹਾਂਗੇ। ਇੱਥੇ ਇਹ ਗੱਲ ਮੈਂ ਉਚੇਚੇ ਤੌਰ 'ਤੇ ਇੱਕ ਵਾਰੀ ਫਿਰ ਦੱਸ ਦਿਆਂ ਕਿ ਇਸ ਬੇਬੇ ਦੀ ਤਸਵੀਰ ਸਾਂਝੀ ਕਰਕੇ ਦਾਅਵਾ ਕੀਤਾ ਸੀ ਕਿ ਪ੍ਰਦਰਸ਼ਨਾਂ ਵਿੱਚ ਜਾਣ ਵਾਸਤੇ ਲੋਕ ਪੈਸੇ ਲੈ ਕੇ ਤੇ ਪ੍ਰਦਰਸ਼ਨਾਂ ਦਾ ਹਿੱਸਾ ਬਣਦੇ ਆ, ਤੇ ਬਾਅਦ ਦੇ ਵਿੱਚ ਬੀਬੀ ਦੀਆਂ ਲੱਤਾਂ ਨੇ ਵਜਨ ਨਹੀਂ ਸੀ ਝੱਲਿਆ। ਜਦੋਂ ਥੂ ਹੋਣ ਲੱਗੀ, ਵਿਰੋਧ ਹੋਣ ਲੱਗਿਆ ਤੇ ਟਵੀਟ ਡਿਲੀਟ ਕਰਕੇ ਭੱਜ ਗਈ ਸੀ। ਪਰ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ, ਹੁਣ ਵਾਹਣੋ ਵਾਹਣੀ ਪਾਈ ਹੋਈ ਹੈ, ਹਰ ਪਾਸਿਓਂ ਵਾਛੜ ਹੋ ਰਹੀ ਹੈ। ਤੁਸੀਂ ਇਹ ਦੇਖੋ ਕਿ ਪਹਿਲਾਂ ਇਹ ਕਿਸਾਨਾਂ ਨੂੰ ਜੱਟ ਬੂਟੀ ਸਮਝੀ ਜਾਂਦੇ ਸੀ ਕਿ ਇਹਨਾਂ ਨੂੰ ਕੀ ਪਤਾ। ਮੀਟਿੰਗਾਂ 3 ਕੀਤੀਆਂ ਨੇ, 3 'ਚ ਟਕੇ ਵਰਗੇ ਠੋਕ ਜਵਾਬ ਦੇ ਕੇ ਆਏ ਨੇ ਕਿਸਾਨ ਆਗੂ। ਪਰਮਾਤਮਾ ਕਰੇ ਕਿ ਇੱਕ ਜੁੱਟਤਾ ਇੱਕ ਮੁੱਠਤਾ ਬਣੀ ਰਹੇ। ਪਰ ਟਵਿੱਟਰ ਦੇ ਉੱਤੇ ਜਿੰਨਾ ਪੰਜਾਬ ਦਾ ਨੌਜਵਾਨ ਆ ਗਿਆ ਜਿਹਨੂੰ ਨਸ਼ੇੜੀ ਦੱਸਿਆ ਜਾਂਦਾ ਸੀ, ਉਹਨਾਂ ਨੇ ਪ੍ਰਦਰਸ਼ਨ ਕਿਵੇਂ ਲਾਮਬੰਦ ਕਰਕੇ ਚਲਾਇਆ ਹੋਇਆ, ਸਰਕਾਰ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ। ਆ ਟਵਿੱਟਰ ਦੇ ਉੱਤੇ ਵੀ ਜਿਹੜੀ ਇੱਕ ਮੁਹਿੰਮ ਵਿੱਢੀ ਹੋਈ ਹੈ, ਉਹਨੇ ਵੀ ਦੱਸ ਦਿੱਤਾ ਕਿ ਸਾਰਾ ਪੰਜਾਬ ਨਸ਼ੇੜੀ ਨਹੀਂ, ਸਾਰੇ ਨੌਜਵਾਨਾਂ ਨੂੰ ਇੱਕੋ ਰੱਸੇ ਨਹੀਂ ਬੰਨ੍ਹ ਸਕਦੇ। ਸੋ ਹੁਣ ਲਗਭਗ ਸਮੇਂ ਦੀ ਸਮਾਪਤੀ ਹੈ। ਕੱਲ੍ਹ ਫੇਰ ਤਰੋ ਤਾਜ਼ਾ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗਾ। ਜਾਣ ਤੋਂ ਪਹਿਲਾਂ ਕਹਾਂਗਾ ਕਿ ਪ੍ਰੋਗਰਾਮ ਦੇ ਸਮੇਂ ਦੀ ਸਮਾਪਤੀ ਹੈ। ਇੱਕ ਮੁੱਠ ਰਹੀਏ ਤੇ ਏਕੇ ਵਿੱਚ ਬਰਕਤ, ਇਕੱਠ ਲੋਹੇ ਦੀ ਲੱਠ, ਜ਼ਿੰਦਗੀ ਜਿੰਦਾਦਰੀ ਦਾ ਨਾਮ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਸਾਡਾ ਇਹ ਪ੍ਰੋਗਰਾਮ।